ਧੰਨ ਵਾਹਿਗੁਰੂ ਸਾਹਿਬ ਜੀਓ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਪਤਿਤ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ। ਕਹੋ ਨਾਨਕ ਤਿਹ ਜਾਨੀਐ, ਸਦਾ ਬਸਤ ਤੁਮ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਿਆਨ ਦਾ ਸੁਰਮਾ ਸਾਡੀਆਂ ਅੱਖਾਂ ਵਿੱਚ ਪਾ ਕੇ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦੇ ਨੇ। ਹਨੇਰਾ ਦੂਰ ਹੋ ਜਾਏ, ਅਸਲੀਅਤ ਸਮਝਣੀ ਸੌਖੀ ਹੋ ਜਾਂਦੀ ਹੈ। ਪਿਛਲੇਰੇ ਸ਼ਲੋਕ ਵਿੱਚ ਸਾਡੇ ਭਰਮ ਨੂੰ, ਸਾਡੀ ਅਗਿਆਨਤਾ ਨੂੰ ਸਤਿਗੁਰੂ ਜੀ ਨੇ ਦੂਰ ਕੀਤਾ ਹੈ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ। ਇਸਤਰੀ ਨੂੰ, ਧਨ ਨੂੰ ਅਤੇ ਸੰਪਤੀ ਨੂੰ, ਜਿਹਨੂੰ ਤੂੰ ਆਪਣੀ ਕਰਕੇ ਮੰਨੀ ਬੈਠਾ। ਇਨਮੇ ਕੁਛ ਸੰਗੀ ਨਹੀਂ, ਇਹਦੇ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ, ਇਹ ਤੇਰੇ ਮਨ ਦਾ ਭਰਮ ਹੈ। ਤੋ ਉਸ ਅਗਿਆਨਤਾ ਦੇ ਵਿੱਚੋਂ ਨਿਕਲ ਕੇ ਹੁਣ ਮਨੁੱਖ ਆਪਣੇ ਆਪ ਦੇ ਨੇੜੇ ਹੋ ਗਿਆ। ਆਪਣੇ ਆਪ ਵੱਲ ਝਾਤ ਮਾਰੀ ਤੇ ਆਪਣੇ ਔਗਣ ਵੀ ਨਜ਼ਰ ਆਏ। ਹੁਣ ਪ੍ਰਤੀਤ ਹੋਇਆ, ਮਾਲਕ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਕੋਲ ਅਰਦਾਸ ਕਰਾਂ। ਇਹ ਤੇ ਪਤਾ ਲੱਗ ਗਿਆ ਇਹਨਾਂ ਚੋਂ ਸਾਥੀ ਮੇਰਾ ਕੋਈ ਨਹੀਂ। ਗੁਰਬਾਣੀ ਦੇ ਇੱਕ ਪਾਵਨ ਬਚਨ ਹੈ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਬਿਰਲਾ ਸਮਝਦਾ ਹੈ ਮੇਰਾ ਅਸਲ ਵਿੱਚ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਵਿਦ ਬੁਝੈ, ਤਾਂ ਕਿ ਨਿਰਮਲ ਰੀਤ। ਉਹਦੀ ਜ਼ਿੰਦਗੀ ਗੁਜ਼ਾਰਨ ਦਾ ਢੰਗ ਬਦਲਦਾ ਹੈ, ਨਿਰਮਲ ਰੀਤ ਹੁੰਦੀ ਹੈ। ਆਪਣੇ ਅੰਦਰ ਝਾਤ ਮਾਰੀ ਤੇ ਆਪਣੇ ਔਗਣ ਨਜ਼ਰ ਆਏ। ਸਤਿਗੁਰੂ ਮੈਂ ਕਿਹੜਾ ਮੂੰਹ ਲੈ ਕੇ ਤੇਰੇ ਕੋਲ ਜਾਵਾਂ। ਕਿਉਂ? ਕਿਉਂਕਿ ਮੈਂ ਤਾਂ ਇਹੋ ਜਿਹੇ ਨੀਚ ਕੰਮ ਕਰ ਬੈਠਾ, ਉਸ ਪਰਿਵਾਰ ਦੇ, ਉਸ ਸੰਪਤੀ ਦੇ, ਉਸ ਧਨ ਦੇ ਮਗਰ ਲੱਗ ਕੇ। ਹੁਣ ਮੈਂ ਤੇਰੇ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਗਿਆ। ਮੈਨੂੰ ਤਾਂ ਹੁਣ ਆਪਣੇ ਆਪ ਤੋਂ ਵੀ ਡਰ ਲੱਗਦਾ ਹੈ। ਨੰਗਾ ਦੁਸ਼ਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਮੈਨੂੰ ਆਪਣੇ ਆਪ ਤੋਂ ਡਰ ਲੱਗਦਾ, ਮੇਰੇ ਔਗਣ ਮੈਨੂੰ ਡਰਾਉਂਦੇ ਨੇ। ਜਿਹੜਾ ਮਾਲਕ ਸੀ ਉਹਨੂੰ ਮੈਂ ਆਪਣਾ ਬਣਾ ਨਹੀਂ ਸਕਿਆ। ਜਿਨ੍ਹਾਂ ਨੂੰ ਆਪਣੇ ਬਣਾਇਆ ਉਹ ਤੁਸੀਂ ਕਹਿੰਦੇ ਸਾਥੀ ਕੋਈ ਨਹੀਂ ਬਣਦੇ। ਸਾਹਿਬ ਦੇ ਦਰ ਦੀ ਨਿਰਮਲ ਆਵਾਜ਼ ਫਿਰ ਵੀ ਸਾਡੇ ਕੰਨਾਂ 'ਚ ਪੈਂਦੀ ਹੈ। ਕਹਿੰਦੇ ਹਾਲੇ ਵੀ ਨਾ ਡਰ। ਆ ਮੈਂ ਤੈਨੂੰ ਰੱਬ ਦੇ ਗੁਣ ਦੱਸਾਂ। ਅੱਜ ਦੇ ਸ਼ਲੋਕ ਵਿੱਚ ਇੱਕ ਇੱਕ ਗੱਲ ਦਾ ਸਾਡੀ ਦਾ ਜਵਾਬ ਹੈ। ਉਹ ਪਤਿਤ ਉਦਾਹਰਨ ਹੈ। ਡਿੱਗੇ ਹੋਏ ਨੂੰ, ਜਿਹੜਾ ਧਰਮ ਤੋਂ ਡਿੱਗ ਜਾਏ, ਇਨਸਾਨੀਅਤ ਤੋਂ ਡਿੱਗ ਜਾਏ, ਉਹਨੂੰ ਵੀ ਚੱਕਣ ਦੇ ਕਾਬਲ ਹੈ, ਉਹਨੂੰ ਵੀ ਪਾਵਨ ਕਰਨ ਦੇ ਕਾਬਲ ਹੈ। ਉਹਦੇ ਕੋਲ ਸਮਰੱਥਾ ਹੈ। ਦੂਜੀ ਗੱਲ, ਉਹ ਤੇਰੇ ਡਰ ਦੂਰ ਕਰਨ ਵਾਲਾ ਹੈ। ਤੀਜੀ ਗੱਲ, ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਉਹਦਾ ਵੀ ਉਹ ਨਾਥ ਬਣ ਜਾਂਦਾ ਹੈ, ਮਾਲਕ ਬਣ ਜਾਂਦਾ ਹੈ। ਔਰ ਤੇਰੇ ਕੋਲ ਵਸਦਾ ਹੈ, ਤੇਰੇ ਨਜ਼ਦੀਕ ਵਸਦਾ ਹੈ। ਬਸ ਉਹਦੇ ਨਾਲ ਸੰਬੰਧ ਜੋੜਨਾ ਹੈ ਆਪਣੀ ਯਾਦ ਦਾ। ਹੈ ਤੇਰੇ ਕੋਲ ਹੀ ਹੈ, ਤੇਰੀ ਯਾਦ ਕਰਕੇ ਸੰਬੰਧ ਟੁੱਟਿਆ ਹੋਇਆ। ਹੁਣ ਇੱਕ ਇੱਕ ਗੱਲ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਆਪਾਂ।
पहली गल पतत उदाहरण, रब पतत उदाहरण है, पततां नूं पावन करने वाला है। गुरबाणी विचों इस गल का बड़ा प्यारा जिक्र मिलता है। हजूर आखते ने, कहेंगे जदों मैं अपने मालिक के घर वाल नज़र मारदा तो मैनूं प्रतीत हुंदा है, मैनूं ऐसा महसूस होता है जिन्होंने तेरे चरणों में प्रीतियां जोड़ियां उन्हें किड्डा मान किया है। तो ही मोही मोही तो ही अंतर कैसा, कनक कटक जल तरंग जैसा, जो पै हमना पाप करंता अहे अनंता, पतत पावन नाम कैसे हुंदा। मालिक जे मैं पाप ना करदा, मन्निया मैं पाप किए, बहुत बुरे काम किए, पर यह थोड़ा जिहा लाभ तो तेनों भी होया ना। रब नूं की लाभ होया, कहंदे तेरा एक नाम मेरे करके प्रगट हो गया। मैं पतत सी, तू पतत नूं पार किया ते पतत उदाहरण बन गया। तेरा एक गुण तो रब का दुनिया के सामने प्रगट होया ना। जो पै हमना पाप करंता अहे अनंता, पतत पावन नाम कैसे गुंता। तेरा पतत पावन नाम किमें बनना सी। मैं पतत होया ते तेरा नाम पतत पावन बनिया ना। तेरी चरणों च अरदास। हजूर का एक पावन वचन फिर ख्याल में रखियो। मालिक आखते ने, कहते उहदे कोल एडी वड्डी समर्थ है, जिथे बैसन साध जन सो थान सोहंदा। वो सेवन समर्थ अपना बिनसै सब मंदा, सारा मंदापण मेरी बिरती विच मैल जिन्नी वो सारी धो दिंदा है। कहंदे इत्थे बस नहीं, पतत उदाहरण पार ब्रह्म संत वेद कहंदा। कहंदे ये गल ज्ञान अते धर्मी लोग कहंदे ने जुट होके भई रब दा सुभाअ जिहड़ा ना वो पतत पावन है। भगत बशल तेरा बिरद है, जुग जुग वरतंदा। नानक जाचै एक नाम मन तन पाबंदा। मालिक मेरे ते कृपा कर, मैनूं पता लग गया, मैनूं इस गल का पता लग गया भाई मैं जितना मर्जी भी औगणे यारा होवां, तद भी तेरी बख्शिश की चादर कदे छोटी नहीं होती। मेरे औगण छोटे हो सकते हैं, इस गल का पता लग गया। एक वचन होर बड़े ध्यान नाल सुनो, गुरु तेग बहादुर साहब जी का ही है। हर को नाम सदा सुखदाई। देखो अगली पंक्तियां कैसी ने। जाको सिमर अजामन उदरियो, गन का हुंगत पाई। पंचाली को राजसभा में राम नाम सुध आई। ताको दुख हरियो करना में अपनी पैज बढ़ाई। जे नार जस कृपा निध गायो, ताको भयो सहाई। कहो नानक में यही भरोसा है। आ भरोसा समझिया मैं, मालिक तू तो अत दे पापियां भी पार करन जोगा है। तेरे को तो रहमत एडी वड्डी है। हजूर कृपा करते ने, कहो नानक में यही भरोसा है। गही अन शरनाई, मैं तेरी शरण आके पकड़ ली। पतत पवित्र लिए कर अपने, सगल करत नमस्कारो। वर्ण जात को पूछे नहीं, बंछे चरण रवारो। तू पततां नूं इहो जिहा पावन कर लिया जिन्हों जमाना नहीं सी कबूल करता। उन्होंने तो इहो जिहा कबूल कर लिया, संसार के अंदर उन्हों का नामना ऊंचा हो गया। ठाकुर ऐसो नाम तुम्हारो, सगल सृष्टि को धनी कीजै जन को अंग निरारो। वैसे तो तू सारे सृष्टि का करता है, पर अपने सेवक का तू बखरा पक्ष करना है। तो रब पतत पावन है। प्यार वालिओ, कोई किड्डा ही पापी होवे, रब की बुक्कल ने कदे नहीं किया तेरी थां मेरे कोल नहीं है। बल्कि बचन आखे ने, जिस पापी को मिले ना ढोई, शरण आए ता निर्मल होई। जिस पापी नूं दुनिया च किधरे ढोई नहीं मिलती, अगर वो गुरु को आ जाए, गुरु उन्हें तद भी बख्श लेंदा है। मालिक अपने दर ते कबूल कर लेंदा है। एक भाई गुरदास जी का बोल कह के फिर आपां शब्द विचार वाले पासे नूं तुरना है। बड़े ध्यान नाल सुनियो। भाई साहब जी ने बड़ी कमाल की।
उन्हें मान लो भी अकल के दो तराजू बनाए ने, दो पलड़े बनाए ने, अपनी अकल अपनी सियाणप के दो पलड़े बनाए ने। एक पलड़े विच अपने औगण रखे ने, एक पलड़े विच रब दे परोपकार रखे ने। दोनों नूं तोलिया। बड़े प्यारे वचन ने। तो सो ना नाथ अनाथ न मोसर, तो सो ना दानी न मोसो भिखारी। मेरे वर्गा अनाथ कोई नहीं ते तेरे वर्गा नाथ कोई नहीं। नाथ दा अर्थ हुंदा मालक। मेरे वर्गा भिखारी कोई नहीं ते तेरे वर्गा दानी कोई नहीं। इत्थे बस नहीं। मोसो न दीन दयाल न तो सर, मेरे वर्गा रब्बी गुणा तो खाली गरीब कोई नहीं। गरीब निरे पैसे पक्षों ही गरीब नहीं होंदे, जिन्हां दे कोल रब्बी बख्शिशां रब दे गुण ना होवन वो भी गरीब ने, वो गुणा पक्षों गरीब ने। मालिक जी भाई गुरदास जी आखते ने, कहंदे मोसो न दीन दयाल न तो सर, मोसो अज्ञान न तोसो विचारी। मेरे वर्गा अज्ञानी कोई नहीं, तेरे वर्गा विचारवान कोई नहीं। दो चीज़ों ने पाके तो लिया। मोसो न पतत पावन न तोसर, मेरे वर्गा पतत कोई नहीं। गल गल ते पतत कहंदे ने जेड़ा बंदा धर्म दे राह ते तुरिया जांदा डोल जाए, डिग पवे। पतित शब्द का अर्थ है जिहड़ा बंदा इंसानियत दे कर्मां तो डिग जाए, जिन्हों गुरु जी ने गुरबाणी में यह भी जिक्र किया, करतूत पशु की मानस जात, लोक प्रचारा करे दिन रात। हजूर कृपा करते हैं, कह लगे भलिया भाई गुरदास जी का बोल है, कहते मालिक जी मोसो न पतित पावन न तोसर, तेरे वर्गा को पावन करने वाला नहीं। मोसो बेकारी न तोसो उपकारी, मेरे वर्गे बेकार कमाने वाला कोई नहीं। केड़ा बेकार है जिहड़ा मैं छड्डिया होवे, पर तू किड्डा दयालु है, केड़ा औगण है जिहड़ा तू ना लुकोया होवे। एक बेनती करनी चाहना है, आखिरी पंक्ति बाद विच कहांगा, बड़े ध्यान नाल सुनियो। साहिब आखते ने, जिन कीता माटी ते रतन, गर्भ में राख्या जिन कर जतन, जिन दीनी शोभा वडियाई, तिस प्रभ को अठ पहर ध्याई। वेख अपने मन विच देख किन्नियां सोचां गलत ने तेरियां, फिर भी वो दाता किन्ने परदे कजदा, बाहर नहीं किसी को पता लगता। जै प्रसाद तेरे सगल शिदर ढाके, शिदर मतलब कमजोरियां। भाई गुरदास जी का बोल कह रहा सा, तो सो न नाथ अनाथ न मोसर, तो सो न दानी न मोसो भिखारी, मोसो न दीन दयाल न तो सर, मोसो अज्ञान न तो सो विचारी, मोसो न पतत पावन न तो सर, मोसो भिकारी न तो सो उपकारी, मेरे हैं अवगुण। कबूल कर लीजिए, कबूल कर लीजिए, मेरे हैं अवगुण, तू गुण सागर, जात रसातल। मैं तो गरकदा जा रहा अपने औगुणों के कारण। ओट तुहारी, मैनू तेरी ओट है। मैं यो ही सुनिया मालिक जी, जिस पतत जिस पापी नूं किधरे कोई थां नहीं मिलती, वो भी तेरे चरणों ते आ जाए। तू जो शरण आवे तिस कंठ लावे, ये बिरद स्वामी संधा। गुरु तेग बहादुर साहब जी का श्लोक। एक मैं बेनती और करके फिर अगे गल तोरांगा, बड़ी तवज्जो दे के समझना। बहुतात धर्म ने जिन्होंने एक बारी कोई खिस गया, निकल गया धर्म के विचों, किसी कारण करके डिग पिया ते वापसी के दरवाजे बंद ने। बहुतात धर्म ने, अपने को इन्ना वक्त नहीं सारी गल की डिटेल कर लीए, पर सिक्खी ने कदे भी दरवाजा बंद नहीं किया। सिक्खी ने कदे निराशावादी गल नहीं की। सिक्खी उत्साहित करती है,
ਤਾਂ ਕੀ ਹੋਇਆ? ਹਾਲੇ ਵੀ ਮਾਲਕ ਤੈਨੂੰ ਆਵਾਜ਼ਾਂ ਮਾਰਦਾ, ਹਾਲੇ ਵੀ ਗੁਰੂ ਆਵਾਜ਼ ਮਾਰਦਾ। ਕਦੇ ਸੁਣਤਾ ਸਹੀ, ਗੁਰੂ ਦੀ ਆਵਾਜ਼ ਸੁਣਤਾ ਸਹੀ। ਗੁਰੂ ਦੀ ਅੱਜ ਵੀ ਕਹਿੰਦਾ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਗੁਰੂ ਦੀ ਅੱਜ ਵੀ ਆਵਾਜ਼ਾਂ ਮਾਰਦਾ। ਮੈਨੂੰ ਮਾਫ ਕਰਿਓ, ਸੀ ਮਾਂ ਦੀ, ਪਿਓ ਦੀ, ਭੈਣ ਭਰਾਵਾਂ ਦੀ, ਸੱਜਣ ਮਿੱਤਰਾਂ ਦੀ, ਸਭ ਦੀ ਆਵਾਜ਼ ਸੁਣ ਲੈਂਦੇ ਆ। ਨਹੀਂ ਕਦੇ ਸੁਣਦੇ ਤਾਂ ਆ ਬੋਲ ਨਹੀਂ ਸੁਣਦੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਪਾਣੀ। ਤੋ ਅੱਜ ਹਜ਼ੂਰ ਨੇ ਬੜੀ ਕਿਰਪਾ ਕੀਤੀ, ਸਾਡੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਪਤਿਤ ਉਦਾਹਰਨ, ਪਤਿਤ ਨੂੰ ਵੀ ਉਧਾਰ ਕਰਨ ਦੀ ਸਮਰੱਥਾ ਰੱਖਣ ਵਾਲਾ। ਪ੍ਰਭ ਭਾਵੈ ਤਾਂ ਪਤਿਤ ਉਧਾਰੈ। ਆਪ ਕਰੇ ਉਹ ਸਾਰਾ ਕੁਛ ਕਿਸੇ ਦੀ ਸਲਾਹ ਲੈ ਕੇ ਥੋੜਾ ਕਰਦਾ, ਉਹ ਕਿਸੇ ਦੀ ਸਲਾਹ ਲੈ ਕੇ ਨਹੀਂ ਕਰਦਾ। ਉਹ ਸਾਰਾ ਕੁਝ ਉਹਦੇ ਕੋਲ, ਉਹਨੂੰ ਭਾ ਜਾਏ ਤੇ ਪਤਿਤ ਨੂੰ ਵੀ ਪਾਰ ਕਰ ਸਕਦਾ ਹੈ। ਡਿੱਗੇ ਹੋਏ ਲੋਕਾਂ ਨੂੰ, ਕੁਰਖਤ ਲੋਕਾਂ ਨੂੰ, ਪਾਪੀ ਲੋਕਾਂ ਨੂੰ ਵੀ ਬਖਸ਼ ਸਕਦਾ ਹੈ। ਪਤਿਤ ਉਦਾਹਰਨ। ਦੂਜਾ ਸ਼ਬਦ ਹੈ ਭੈ ਹਰਨ। ਹਰ ਇੱਕ ਤਰ੍ਹਾਂ ਦਾ ਭੈ, ਹਰ ਇੱਕ ਤਰ੍ਹਾਂ ਦਾ ਡਰ। ਇਹ ਨਹੀਂ ਵੀ ਕੁਝ ਹੀ ਗੱਲਾਂ ਦਾ ਡਰ। ਜੇ ਮਾਲਕ ਦੇ ਚਰਨਾਂ ਵਿੱਚ ਆ ਗਏ, ਰੋਜ਼ੀ ਰੋਟੀ ਦਾ ਕੋਈ ਡਰ ਨਹੀਂ। ਪਤਾ ਲੱਗ ਗਿਆ ਵੀ ਮਾਲਕ ਪ੍ਰਤਿਪਾਲਨਾ ਕਰਦਾ ਹੈ। ਦੇਖੋ ਆਸਾ ਕੀ ਵਾਰ ਦੇ ਵਿੱਚ ਵਚਨ ਆਉਂਦਾ ਹੈ, ਉੱਥੇ ਕਰਤੇ ਤੋਂ ਵੀ ਪਹਿਲਾਂ ਦਾਤੇ ਦਾ ਜ਼ਿਕਰ ਹੈ। ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੇ ਪਸਾਉ। ਤੂੰ ਜਾਣ ਹੋਈ ਸਭ ਸਹਿਜੇ ਲੈਸੈ ਜਿੰਦ ਕਵਾਉ, ਕਰ ਆਸਨ ਡਿਠੋ ਜਾਓ। ਤੂੰ ਦਾਤਾ ਹੈ, ਸਭ ਤੋਂ ਪਹਿਲਾਂ ਮੇਰੀ ਰੋਜੀ ਰੋਟੀ ਦਾ ਪ੍ਰਬੰਧ ਕੀਤਾ। ਉਹ ਬੰਦਿਆ ਤੈਨੂੰ ਕਿਉਂ ਯਕੀਨ ਨਹੀਂ ਆਉਂਦਾ? ਜਦੋਂ ਤੇਰੀ ਪੈਦਾਇਸ਼ ਵੀ ਨਹੀਂ ਸੀ ਹੋਈ, ਉਦੋਂ ਮਾਂ ਕੋਲ ਦੁੱਧ ਦਾ ਖਜ਼ਾਨਾ ਆ ਗਿਆ ਸੀ। ਕਵੀ ਬਾਲਮ ਹੋਇਆ ਇੱਕ, ਉਹਨੇ ਬੜੀ ਪਿਆਰੀ ਇੱਕ ਕਵਿਤਾ ਲਿਖੀ ਸੀ ਕਿਸੇ ਵੇਲੇ। ਬਹੁਤ ਸਿਆਣਾ ਕਵੀ ਸੀ। ਜਿਸ ਰੋਜ਼ ਰਜ਼ਾ ਥੀ ਨਿੰਮਿਆਂ ਤੋਂ, ਕੀਤੀ ਉਦੋਂ ਤੋਂ ਰਾਜ਼ਕ ਤਿਆਰ ਰੋਜ਼ੀ। ਰੋਜ਼ੀ ਖਾਣ ਵਾਲੇ ਆਉਂਦੇ ਬਹੁਤ ਮਗਰੋਂ, ਪਹਿਲਾਂ ਕਰਦੀ ਹੈ ਇੰਤਜ਼ਾਰ ਰੋਜ਼ੀ। ਮਾਂ ਦੇ ਸੀਨੇ ਦੇ ਸੋਹਣ ਖਜ਼ਾਨਿਆਂ 'ਚ ਬਹਿੰਦੀ ਬਣ ਕੇ ਦੁੱਧ ਦੀ ਧਾਰ ਰੋਜ਼ੀ। ਬਾਲਮ ਉਸ ਨੂੰ ਕਿਸ ਦੀ ਪਰਵਾਹ ਹੋਸੀ, ਜਦੋਂ ਦੇਣਹਾਰ ਆਪ ਦਾ ਦਾਰ ਰੋਜ਼ੀ। ਜਿਹਨੂੰ ਇਹ ਭਰੋਸਾ ਬਣ ਗਿਆ, ਉਹ ਦੁਨੀਆ 'ਚ ਡੋਲਦਾ ਨਹੀਂ। ਉਹਨੂੰ ਕੋਈ ਡਰ ਨਹੀਂ, ਉਹਨੂੰ ਆਪਣੇ ਔਕੜਾਂ ਦਾ ਵੀ ਡਰ ਨਹੀਂ। ਉਹਨੂੰ ਪਤਾ ਹੈ ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ। ਉਹਨੂੰ ਡਰ ਨਹੀਂ ਆਪਣੇ ਹੁਣ ਔਗਣਾਂ ਦਾ ਵੀ। ਉਹਨੂੰ ਪਤਾ ਲੱਗ ਗਿਆ ਗੁਰ ਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਗੀਨੋ, ਜਨਮ ਜਨਮ ਕੀ ਮੈਲ ਗਈ। ਗੁਰੂ ਬੜੀ ਕਿਰਪਾ ਕਰਦਾ ਹੈ। ਪਤਿਤ ਉਦਾਹਰਨ, ਭੈ ਹਰਨ। ਮੌਤ ਦਾ ਵੀ ਡਰ ਨਹੀਂ ਰਹਿ ਗਿਆ। ਮੌਤ ਵੀ ਇੱਕ ਆਨੰਦ ਬਣ ਗਈ। ਪਿਛਲੇਰੇ ਦਿਨਾਂ 'ਚ ਇਹਦੀ ਖੁੱਲ੍ਹ ਕੇ ਵਿਆਖਿਆ ਆਪਾਂ ਕਰਦੇ ਰਹੇ। ਭੈ ਮਰ ਵੇਖੋ ਬਿਸਰਤ ਨਾਹੀਂ, ਤੇ ਚਿੰਤਾ ਤਨ ਜਾਰਾ। ਗੁਰੂ ਤੇਗ ਬਹਾਦਰ ਜੀ ਦਾ ਹੀ ਬਚਨ ਹੈ। ਕਹਿੰਦੇ ਉਹ ਡਰ ਵੀ ਖਤਮ ਹੋ ਗਿਆ। ਮੌਤ ਦਾ ਡਰ ਹੀ ਕੋਈ ਨਹੀਂ ਹੁਣ। ਆਪਣੇ ਮਾਲਕ ਦੇ ਚਰਨਾਂ ਵਿੱਚ ਜੁੜ ਗਏ। ਹਰ ਅਨਾਥ ਕੇ ਨਾਥ, ਹਰ ਪਰਮੇਸ਼ਰ। ਅਨਾਥ ਕੇ ਨਾਥ ਜੀ ਦਾ ਕੋਈ ਵੀ ਮਾਲਕ ਨਹੀਂ ਹੁੰਦਾ, ਉਹ ਉਹਦਾ ਵੀ ਮਾਲਕ ਬਣ ਜਾਂਦਾ ਹੈ। ਉਹ ਉਹਦੇ ਸਿਰ ਤੇ ਵੀ ਮਿਹਰ ਪ੍ਰਿਆਤ ਰੱਖ ਦਿੰਦਾ ਹੈ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਆ ਤਾਂ ਸਹੀ ਮਾਲਕ ਦੇ ਚਰਨਾਂ ਵਿੱਚ। ਜਿਹੜੇ ਔਗਣ ਕਿਤੇ ਵੀ ਨਹੀਂ ਵਿਕਦੇ, ਗੁਰੂ ਉਹਨਾਂ ਨੂੰ ਵੀ ਕਬੂਲ ਕਰ ਲੈਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚੋਂ ਹੀ ਇੱਕ ਗਾਥਾ ਸਾਨੂੰ ਬੜਾ ਪਿਆਰਾ ਹੌਸਲਾ ਦਿੰਦੀ ਹੈ। ਸਾਨੂੰ ਭਟਕਿਆਂ ਨੂੰ ਸਥਿਰਤਾ ਬਣਾ ਦਿੰਦੀ ਹੈ। ਸਾਨੂੰ ਟੁੱਟਿਆਂ ਨੂੰ ਜੋੜ ਦਿੰਦੀ ਹੈ। ਸਾਨੂੰ ਭੁੱਲਿਆਂ ਨੂੰ ਰਾਹੀ ਪਾ ਦਿੰਦੀ ਹੈ। ਸਾਡੀਆਂ ਉਦਾਸੀਆਂ ਨੂੰ ਖਤਮ ਕਰ ਦਿੰਦੀ ਹੈ।
वो गाथा कहन लगा है। गुरु तेग बहादुर साहब जी उन्होंने प्रचारक दौरे किए ने बड़े लम्बे लम्बे। एक प्रचारक दौरे के दरमियान उदों सिख संगत जिहड़ियां हुंदियां सी उस इलाके के जिहड़े मसंद हुंदे सी गुरु के सिख गुरु नाल नेड़ता रखण वाले वो पहला सारा प्रबंध कर लेंदे सी ताकि जिस दिन गुरु जी आउण उस दिन किते असीं वखरी सेवा जी ना लगे रहिए ते गुरु के वचन ही ना सुन सकी। इधर भी एक बड़ा गुरु का प्यारा सिख है ते उन्हें भी जिहड़ी इलाके दे विचों किसी सिख संगत ने जो मर्जी किसी की भावना है वो उन्होंने भेटा इकट्ठी करी। एक परिवार च गए, एक नौजवान बच्ची झाड़ू दे रही है। आवाज मारी, धीए मैं गुरु तेग बहादुर साहब जी का आउणा सुनिया ते उन्हां दे लंगरां वास्ते संगतां वास्ते कुछ लैण आया ते मैं चाहुंदा भी कुछ ना कुछ मैनूं दे के भेजो। हुण कुदरती गल है, साडा सुभाਅ इक्को जिहे लोकां नूं वेख के कई वारी सानूं लगदा भी जिवें आम मंगते ने, कई बारी इवें दा ही। उन्हें आवाज़ दी, कहण लगी बाबा अगे जा, इत्थे घर च नहीं कोई भी हैगा। वो कहण लगे धीए तू झाड़ू दे रही, तू है घर च कुछ ना कुछ एक कोली आटे दी पा दे। मैं चाहुंदा सारियां दा भला होवे, किसी एक दी गल ना होवे। जो किणका मात्र तेरा जी करदा है, जो किणका मात्र सरदा है, बड़ा वधिया घर है तुहाडा। वो कहण लगी बाबा कहा भी घर च है कोई नहीं। कहण लगे धीए घर के बंदे ही गए ने, घर के समान तो घर ही होना ना, जो तेरे को सरदा है। वो झाड़ू दे रही सी, कूड़ा इकट्ठा किया, कहण लगी ले मेरे को आ सरदा कर झोली। उन्हें झोली दे विच कूड़ा पा दिता। उस गुरसिख का नाम है चाचा फग्गू। उन्हें झोली विच कूड़ा भी पवा के ते एक जगह ते सांभ के रख लिया। किसी नाल कोई गल नहीं की, किसी नाल कोई गल ना की। गुरु तेग बहादुर साहब सच्चे पातशाह जी महाराज आए ते आखिर सतगुरु कृपा की, दीवान लग्या। 2-4 दिन गुरु जी रुकते होंदे सन। हजूर ने पहले दिन गल कही, कहन लगे बई जेड़ी भेटा एतकी आई है ना, तो सारी जी सारी ईमानदारी नाल जमा करवा दिओ। सिख संगतां नूं बड़ा ये इतराज होया भी कमाल है, ਇਹਦਾ मतलब किते ना किते हेरा फेरी भी हुंदी होएगी जिहड़ी ये गुरु जी ने गल कही। फिर दोबारे दूजा दिन आया, हजूर ने फिर बचन आखे, कहन लगे बई भलिओ जेड़ी भेटा है वो ईमानदारी नाल जमा करवा दिओ, तुसीं क्यों बेईमाना करदे हो? गुरु दी भेटा च गुरु दे दिओ। संगत बड़ी हैरान बई इस चाचे फग्गू का ही ना है, लोग इनू रब के बराबर मनते ने, गुरु का रूप समझते हैं, तो गुराही तो यही इकट्ठी करता है जोड़े 2-4 सिख ने। कमाल है। तीजा दिन आया, हजूर कहन लगे भी तुसी ईमानदारी ना क्यों नहीं भेटा जमा करवाते, फिर मैनू मंगाउणी पेगी। चाचा फग्गू उठ के आ गया, अखां च पानी भर आया, कहन लग्या मेरा दिया दातिया तू पर्दा कजन वाला है, पर्दा कज दे उस बच्ची का। जेड़ी गलती होगी उस बच्ची को पर्दा कज दे दातिया। हजूर कहन लगे चाचा तू तो गल नहीं की, तेरे नाल गुराही करने वाले सिखा ने मैनू दसिया। सच दसो तू कूड़ा क्यों नहीं भेटा किया? कहन लगे पातशाह कूड़ा किवें भेटा करा, शर्म नहीं आती मैनू, मैं कूड़ा किवें भेटा करा? हजूर ने वचन आख्या सी, कहन लगे जेड़ा कूड़ा तैनू झोली च पाउण लग्या शर्म ना आई, लाज ना आई, ते मैनू किवें आ जाएगी? लिया वो कूड़ा भी प्रवान है, ਉਹਦੇ ਵਿੱਚੋਂ ਫੋਲ के वेखी
ਚਾਚੇ ਨੇ ਪੋਟਲੀ ਲਿਆਂਦੀ, ਫੁੱਲ ਕੇ ਵੇਖਿਆ, ਉਹਦੇ 'ਚ ਬੇਰ ਦੀਆਂ ਗਿਟਕਾਂ ਸੀ। ਹਜ਼ੂਰ ਕਹਿਣ ਲੱਗੇ ਗੁਰੂ ਘਰ ਕਿਸੇ ਦੀ ਜੜ ਨਹੀਂ ਪੁੱਟਦਾ, ਗਿਟਕਾਂ ਹੀ ਬੀਜਦੇ, ਕੋਈ ਗੱਲ ਨਹੀਂ, ਕੋਈ ਭੁੱਖਾ ਵਿਚਾਰਾ ਬੇਰੀ ਕੋਲੋਂ ਬੇਰ ਤੋੜ ਕੇ ਖਾਇਆ ਕਰੇਗਾ। ਉਸ ਬੱਚੀ ਨੂੰ ਪਤਾ ਲੱਗਿਆ, ਰੋ ਰੋ ਕੇ ਗੁਰੂ ਦੇ ਚਰਨ ਧੋ ਦਿੱਤੇ। ਉਹ ਦਾਤਿਆ ਤੂੰ ਇੰਨਾ ਬਖਸ਼ੰਦ ਹੈ। ਪਤ ਤੋਂ ਉਦਾਹਰਨ ਪੈ ਹਰਨ, ਹਰ ਅਨਾਥ ਕੇ ਨਾਥ, ਉਹ ਅਨਾਥਾਂ ਦਾ ਵੀ ਨਾਥ ਹੈ। ਕਹੋ ਨਾਨਕ ਤਹਿ ਜਾਨੀ ਹੈ, ਸਦਾ ਬਸਤ ਤੁਮ ਸਾਥ। ਇਹ ਗੱਲ ਬੜੀ ਆਪਣੇ ਜ਼ਿਹਨ ਵਿੱਚ ਵਸਾ ਲੈਣ ਵਾਲੀ ਹੈ। ਯਾਦ ਰੱਖਿਓ, ਜੇ ਜਦੋਂ ਵੀ ਕਦੇ ਮੁਸ਼ਕਿਲ ਬਣੇ ਨਾ, ਬਾਕੀ ਤੇ ਸਾਥ ਛੱਡ ਜਾਂਦੇ ਨੇ, ਪਰ ਰੱਬ ਉਤਨਾ ਹੀ ਨੇੜੇ ਆ ਜਾਂਦਾ ਹੈ। ਮੁਸੀਬਤ ਵਿੱਚ ਰੱਬ ਉਤਨਾ ਹੀ ਨੇੜੇ ਆ ਜਾਂਦਾ ਹੈ, ਉਤਨਾ ਨਜ਼ਦੀਕ ਆ ਜਾਂਦਾ ਹੈ। ਹਜ਼ੂਰ ਕਿਰਪਾ ਕਰਦੇ ਨੇ, ਕਹੋ ਨਾਨਕ ਤਹਿ ਜਾਨੀਏ, ਉਹਨੂੰ ਜਾਣ, ਉਹਨੂੰ ਸਮਝ, ਇਸ ਗੱਲ ਨੂੰ ਭਰੋਸਾ ਕਰ। ਸਦਾ ਬਸਤ ਤੁਮ ਸਾਥ, ਸਦਾ, ਇਹ ਨਹੀਂ ਵੀ 2-4 ਦਿਨਾਂ ਲਈ, ਨਾ ਉਹਦੀ ਮੌਤ ਹੋਣੀ ਹੈ, ਨਾ ਉਹਨੂੰ ਕਿਸੇ ਨੇ ਵਿਛੋੜਨਾ। ਸਦਾ ਬਸਤ ਤੁਮ ਸਾਥ, ਉਹ ਸਦੀਵ ਕਾਲ ਤੇਰੇ ਨਾਲ ਵਸਦਾ ਹੈ, ਸਦਾ ਹੀ ਤੇਰੇ ਨਾਲ ਵਸਦਾ ਹੈ। ਉਹਨੇ ਕਦੇ ਤੈਨੂੰ ਛੱਡ ਕੇ ਨਹੀਂ ਜਾਣਾ। ਤੂੰ ਅਮੀਰ ਹੋਵੇਂ, ਗਰੀਬ ਹੋਵੇਂ, ਦੁਖੀ ਹੋਵੇਂ, ਸੁਖੀ ਹੋਵੇਂ, ਬੁੱਢਾ ਹੋਵੇਂ, ਜਵਾਨ ਹੋਵੇਂ, ਵਿਕਾਰੀ ਹੋਵੇਂ, ਪਰਉਪਕਾਰੀ ਹੋਵੇ, ਕੁਛ ਵੀ ਹੋਇਆ, ਉਹਨੇ ਤੇਰੇ ਨਾਲੋਂ ਕਦੇ ਨਹੀਂ ਵਿਛੜਨਾ। ਆਓ ਪਿਆਰ ਵਾਲਿਓ, ਫਿਰ ਗੁਰੂ ਦਾ ਇੱਕ ਬਚਨ ਕਹਿ ਕੇ ਆਪਾਂ ਸਮਾਪਤੀ ਕਰੀਏ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੇ। ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਨੂੰ ਘੁੱਟ ਕੇ ਆਪਣੇ ਮਨ ਦੀ ਗੰਢ ਵਿੱਚ ਬੰਨ੍ਹ ਲਈਏ, ਇਹ ਬੜਾ ਹੀ ਕੰਮ ਆਏਗਾ। ਭਰੋਸਾ ਕਰੀਏ, ਗੁਰੂ ਦੇ ਬਚਨਾਂ ਨਾਲ ਜੁੜ ਜਾਈਏ। ਇਤਨੀਆਂ ਬੇਨਤੀਆਂ ਕਬੂਲ, ਭੁੱਲਾਂ ਦੀ ਖਿਮਾ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।